100 ਦੇ ਕਰੀਬ ਇੱਥੇ ਟੈਕਸੀ ਹੈ ਜਿਹੜੇ ਅੱਜ 8 ਦਿਨਾਂ ਤੋਂ ਵਿਹਲੇ ਹੋ ਕੇ ਤੇ ਇੱਥੇ ਬੈਠੇ ਨੇ। ਨਾ ਕੋਈ ਕੰਮ ਹੈ ਨਾ ਕਾਰ ਹੈ। ਮਤਲਬ ਕੁੱਤਿਆਂ ਵਰਗੀ ਹਾਲਤ ਪਈ ਆ ਵੀ ਬਹਿ ਜਾਓ ਖਲੋ ਜਾਓ ਤੇ ਖਲੋ ਜਾਓ, ਬੰਦ ਹੈ ਖੁੱਲਾ। 250 ਦੇ ਕਰੀਬ ਇੱਥੇ ਆਟੋ ਚੱਲਦਾ, ਉਹ ਵੀ ਲੋਕ ਵਿਹਲੇ ਨੇ। ਔਰ 1000 ਦੇ ਕਰੀਬ ਅੰਦਰ ਰੇਲ ਗੱਡੀਆਂ 'ਚ ਸਫਾਈ ਕਰਨ ਵਾਲੇ, ਦੁਕਾਨਾਂ ਦੇ ਉੱਤੇ ਕੰਮ ਕਰਨ ਵਾਲੇ, ਚਾਹ ਵਾਲੇ ਤੇ ਜਿਹੜੇ ਆ ਢੋਆ ਢੁਆਈ ਦਾ ਸਮਾਨ ਦੂਜਾ ਆਉਂਦਾ ਜਿਹੜਾ ਕਾਰੋਬਾਰੀਆਂ ਦਾ, ਉਹ ਵੀ ਬੰਦੇ ਅੱਜ ਸਾਰੇ ਵਿਹਲੇ ਨੇ। ਆਪਣੀ ਆਵਾਜ਼ ਤੇ ਚੁੱਕੋ ਨਾ ਸਾਥੀਓ। ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਕਿਸਾਨ ਭਰਾ ਦਿੱਲੀ ਤੋਂ ਜਿੱਤ ਕੇ ਆਏ ਸੀ ਤਿੰਨੇ ਕਾਨੂੰਨ ਰੱਦ ਕਰਾ ਕੇ, ਉਹਨਾਂ ਨੂੰ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਦਾ। ਔਰ ਇਹਦੇ ਨਾਲ ਦੂਜੀ ਵਧਾਈ ਮੈਂ ਉਹਨਾਂ ਨੂੰ ਇਹ ਦਿੰਦਾ ਕਿ ਵਾਪਸ ਆ ਕੇ ਉਹਨਾਂ ਨੇ ਇੱਕ ਸਿਆਸੀ ਪਾਰਟੀ ਜਿਹੜੀ ਆਪਣੀ ਬਣਾਈ, ਜਿਹਦਾ ਨਾਂ ਰੱਖਿਆ ਸੰਯੁਕਤ ਸਮਾਜ ਮੋਰਚਾ। ਔਰ ਉਸ ਪਾਰਟੀ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੀਆਂ 117 ਸੀਟਾਂ ਦੇ ਉੱਤੇ ਅਸੀਂ ਚੋਣ ਲੜਾਂਗੇ। ਸੋ ਮੈਂ ਇੱਕ ਸ਼ਹਿਰੀ ਹੋਣ ਦੇ ਨਾਤੇ, ਇੱਕ ਪੰਜਾਬ ਦਾ ਬਸ਼ਿੰਦਾ ਹੋਣ ਦੇ ਨਾਤੇ, ਮੈਂ ਕਿਸਾਨਾਂ ਨੂੰ ਅੱਜ ਕੁਝ ਬੇਨਤੀਆਂ ਵੀ ਕਰਨੀਆਂ। ਜਿਹੜੀ ਉਹਨਾਂ ਨੇ ਪਾਰਟੀ ਬਣਾਈ ਹੈ ਕਿ 117 ਸੀਟਾਂ ਦੇ ਵਿੱਚ ਸ਼ਹਿਰ ਤੇ ਕਸਬੇ ਵੀ ਬਹੁਤ ਸਾਰੇ ਆਉਂਦੇ ਨੇ। ਬਹੁਤ ਸਾਰੀਆਂ ਸੀਟਾਂ, ਮੈਂ ਨਹੀਂ ਕਹਿੰਦਾ ਕਿ ਬਹੁਤ ਮੈਜੋਰਟੀ 'ਚ ਹੋਣਗੀਆਂ, ਪਰ ਕਿਤੇ ਨਾ ਕਿਤੇ ਅੱਧ ਨੂੰ ਥੋੜ੍ਹੀਆਂ ਬਹੁਤੀਆਂ ਘੱਟ ਸੀਟਾਂ ਸ਼ਹਿਰਾਂ ਦੀਆਂ ਵੀ ਬਣਦੀਆਂ ਨੇ। ਔਰ ਜਦੋਂ ਤੁਹਾਡਾ ਸੰਘਰਸ਼ ਚੱਲਿਆ, ਇਸ ਸੰਘਰਸ਼ ਦੇ ਵਿੱਚ ਚਾਹੇ ਕੋਈ ਸ਼ਹਿਰੀ ਸੀਗੇ, ਚਾਹੇ ਕਾਰੋਬਾਰੀ ਸੀਗੇ, ਚਾਹੇ ਕਸਬਿਆਂ ਵਾਲੇ ਸੀਗੇ, ਹਰ ਧਿਰ ਨੇ ਤੁਹਾਡਾ ਸਹਿਯੋਗ ਕੀਤਾ ਤੇ ਤੁਹਾਡੇ ਨਾਲ ਹਮਦਰਦੀ ਜਿਹੜੀ ਹਰ ਬੰਦੇ ਨੇ ਪ੍ਰਗਟਾਈ। ਜਦੋਂ ਤੁਸੀਂ ਕਹਿ ਦਿੰਦੇ ਸੀਗੇ ਬੰਦ ਤੇ ਉਦੋਂ ਹੀ ਸ਼ਹਿਰ ਬੰਦ ਹੋ ਜਾਂਦੇ ਸੀਗੇ, ਜਦੋਂ ਤੁਸੀਂ ਕਹਿ ਦਿੰਦੇ ਸੀ ਖੁੱਲ੍ਹਣਾ ਤੇ ਸ਼ਹਿਰ ਉਦੋਂ ਹੀ ਖੁੱਲ੍ਹਦੇ ਸੀਗੇ, ਲੋਕਾਂ ਦੇ ਕਾਰੋਬਾਰ ਵੀ ਉਦੋਂ ਹੀ ਖੁੱਲ੍ਹਦੇ ਸੀਗੇ। ਕੱਲਾ ਸ਼ਹਿਰੀ, ਚਾਹੇ ਉਹ ਖੇਤੀਬਾੜੀ ਕਰਦਾ ਸੀਗਾ, ਖੇਤੀ ਨਾਲ ਸੰਬੰਧਿਤ ਸੀਗਾ, ਚਾਹੇ ਨਹੀਂ ਸੰਬੰਧਿਤ ਸੀਗਾ, ਤੁਹਾਡੇ ਕਹਿਣ ਦੇ ਉੱਤੇ, ਤੁਹਾਡੇ ਸੱਦੇ ਦੇ ਉੱਤੇ, ਤੁਹਾਡੇ ਹੁਕਮ ਦੇ ਉੱਤੇ, ਕੱਲੇ ਘਰ ਦੇ ਉੱਤੇ ਕਾਲਾ ਝੰਡਾ, ਜਦੋਂ ਤੱਕ ਤੁਹਾਡੇ ਮਸਲੇ ਹੱਲ ਨਹੀਂ ਹੋਏ, ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਏ, ਉਹ ਕਾਲੇ ਝੰਡੇ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ, ਆਪਣੇ ਕਾਰੋਬਾਰਾਂ ਦੇ ਉੱਤੇ ਲਹਿਰਾ ਕੇ ਰੱਖੇ। ਬਹੁਤ ਵੱਡਾ ਮੇਜਰ ਯੋਗਦਾਨ ਤੁਹਾਡਾ ਹੈ, ਕਿਸਾਨ ਭਰਾਵਾਂ ਦਾ, ਮਜ਼ਦੂਰ ਭਰਾਵਾਂ ਦਾ। ਪਰ ਜਿੰਨਾ ਕੁ ਆਮ ਲੋਕਾਂ ਕੋਲੋਂ ਸਰਿਆ, ਚਾਹੇ ਉਹ ਨੌਕਰੀ ਪੇਸ਼ਾ ਸੀਗੇ, ਚਾਹੇ ਉਹ ਕਾਰੋਬਾਰੀ ਸੀਗੇ, ਉਹਨਾਂ ਆਪਣੀ 10 ਨੌਆਂ ਦੀ ਕਿਰਤ ਦੇ ਵਿੱਚੋਂ ਤਿਲ ਫੁੱਲ ਵੀ ਭੇਟਾ ਕੀਤਾ। ਤੇ ਜੋ ਤੁਸੀਂ ਹੁਕਮ ਸੁਣਾਉਂਦੇ ਰਹੇ, ਜੋ ਤੁਸੀਂ ਆਰਡਰ ਕਰਦੇ ਰਹੇ, ਜੋ ਤੁਸੀਂ ਕਹਿੰਦੇ ਰਹੇ, ਉਹਨਾਂ ਗੱਲਾਂ ਦੇ ਉੱਤੇ ਫੁੱਲ ਚੜਾਏ ਪੰਜਾਬ ਦੀ ਸਾਰੀ ਜਨਤਾ ਨੇ। ਆਪਣਾ ਨੁਕਸਾਨ ਸਹਿ ਕੇ ਵੀ ਕਿਸੇ ਕਾਰੋਬਾਰੀ ਨੇ ਤੁਹਾਡੇ ਖਿਲਾਫ ਨਾ ਕੋਈ ਗੱਲ ਕੀਤੀ, ਨਾ ਤੁਹਾਡੇ ਵਿਰੋਧ ਦੇ ਵਿੱਚ ਬੋਲੇ। ਮੈਂ ਫਿਰ ਕਹਿੰਦਾ ਕਿ ਮੇਜਰ ਜਿਹੜਾ ਯੋਗਦਾਨ ਹੈ ਤੁਹਾਡਾ ਹੈ। ਪਰ ਜਿਹੜੇ ਵੀ ਬਾਕੀ ਲੋਕ ਸੀਗੇ, ਤੁਸੀਂ 90% ਹੋ, 10% ਆਮ ਲੋਕਾਂ ਨੇ ਵੀ ਤੁਹਾਡਾ ਸਾਥ ਦਿੱਤਾ। ਉਹਦੇ ਲਈ ਜੇ ਮੈਂ 2 ਲੈਣਾ ਕਹਿ ਲਵਾਂ ਕਿ अरे सूरज तेरी किरणों से ही नहीं जागी है कलियां, अरे सूरज तेरी किरणों से ही नहीं जागी कलियां, जो तुमने धूप दी है तो हमने भी नमी दी है। इन्हां लोकां भी तिल फुल अपना जिहड़ा ਉਹ ਭੇਂਟ ਕੀਤਾ। ਮੇਰੀ ਇੱਕ ਬੇਨਤੀ ਹੈ, ਸਾਡਾ ਕੋਈ ਜ਼ੋਰ ਨਹੀਂ ਤੁਹਾਡੇ ਉੱਤੇ, ਤੁਸੀਂ ਤੇ ਦੇਸ਼ ਦੇ ਮਤਲਬ ਸਰਕਾਰਾਂ ਤੱਕ ਲਾ ਦਿੱਤੀਆਂ। ਅਸੀਂ ਤੁਹਾਡੇ ਚਰਨਾਂ 'ਚ ਪੁਰਜੋਰ ਜਿਹੜੀ ਬੇਨਤੀ ਤੇ ਅਪੀਲ ਮੈਂ ਲੱਗਾ ਕਰਨ ਕਿ ਅੱਜ ਮੈਂ ਅੰਮ੍ਰਿਤਸਰ ਦੇ ਸਟੇਸ਼ਨ ਦੇ ਉੱਤੇ ਖੜਾ, ਜਿੱਥੇ ਰੇਲ ਗੱਡੀਆਂ ਚੱਲਦੀਆਂ ਨੇ। 20 ਦਿਨ ਤੋਂ, ਮੇਰੇ ਖਿਆਲ 20 ਤਰੀਕ ਤੋਂ ਲੈ ਕੇ ਅੱਜ ਕਿੰਨੀ ਤਰੀਕ ਹੈ ਜੀ, 27 ਤਰੀਕ ਹੈ, 8 ਦਿਨ ਦੇ ਕਰੀਬ ਹੋ ਗਏ। ਟ੍ਰੇਨ ਸਾਰੀਆਂ ਬੰਦ ਨੇ, ਰੇਲਵੇ ਲਾਈਨਾਂ ਦੇ ਉੱਤੇ ਧਰਨਾ ਲਾਇਆ ਹੋਇਆ। ਇਸ ਧਰਨੇ ਦੇ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਸਮਝਦੇ ਤੁਸੀਂ ਵੀ ਹੋ, ਨਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨੁਕਸਾਨ ਹੋ ਰਿਹਾ ਤੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਦਾ ਨੁਕਸਾਨ ਹੋ ਰਿਹਾ। ਇਹ ਨੁਕਸਾਨ ਜਿਹੜਾ ਇਸ ਆਮ ਪਬਲਿਕ ਦਾ ਨੁਕਸਾਨ ਹੋ ਰਿਹਾ। ਇਹਦੀ ਜਿਹੜੀ ਮੈਂ ਸ਼ੁਰੂਆਤ ਹੀ ਸਟੇਸ਼ਨ ਤੋਂ ਨੁਕਸਾਨ ਦੀ ਤੁਹਾਨੂੰ ਦੱਸਣ ਲੱਗਾ, ਇਹਦੇ ਉੱਤੇ ਗੌਰ ਜ਼ਰੂਰ ਫਰਮਾਇਓ। ਮਰਜ਼ੀ ਤੁਸੀਂ ਆਪਣੀ ਕਰਨੀ ਹੈ, ਕੰਮ ਜਿਹੜਾ ਚੱਲਣੀ ਹੈ ਉਹ ਤੁਹਾਡੀ ਚੱਲਣੀ ਹੈ। ਸਾਡੀ ਇੱਕ ਅਪੀਲ ਹੈ, ਮੈਂ ਇਹਦੀ ਸ਼ੁਰੂਆਤ ਕਰਨ ਲੱਗਾ ਇਸ ਸਟੇਸ਼ਨ ਦੇ ਉੱਤੋਂ ਕਿ 100 ਦੇ ਕਰੀਬ ਇੱਥੇ ਟੈਕਸੀ ਹੈ ਜਿਹੜੇ ਅੱਜ 8 ਦਿਨਾਂ ਤੋਂ ਵਿਹਲੇ ਹੋ ਕੇ ਤੇ ਇੱਥੇ ਬੈਠੇ ਨੇ। ਨਾ ਕੋਈ ਕੰਮ ਹੈ ਨਾ ਕਾਰ ਹੈ। 250 ਦੇ ਕਰੀਬ ਇੱਥੇ ਆਟੋ ਚੱਲਦਾ, ਉਹ ਵੀ ਲੋਕ ਵਿਹਲੇ ਨੇ। 80 ਦੇ ਕਰੀਬ ਅੰਦਰ ਕੁੱਲੀ ਆਉਂਦੇ ਸੀਗੇ, ਕੋਈ ਕਾਰੋਬਾਰ ਨਹੀਂ, ਉਹ ਵੀ ਵਿਹਲੇ ਨੇ। 200-250 ਦੇ ਕਰੀਬ ਰਿਕਸ਼ਾ ਬਾਹਰੋਂ ਚੱਲਦਾ ਸੀਗਾ, ਉਹ ਵੀ ਅੱਜ ਦੀ ਤਰੀਕ 'ਚ ਵਿਹਲੇ ਨੇ। ਔਰ 1000 ਦੇ ਕਰੀਬ ਅੰਦਰ ਰੇਲ ਗੱਡੀਆਂ 'ਚ ਸਫਾਈ ਕਰਨ ਵਾਲੇ, ਦੁਕਾਨਾਂ ਦੇ ਉੱਤੇ ਕੰਮ ਕਰਨ ਵਾਲੇ, ਚਾਹ ਵਾਲੇ ਤੇ ਜਿਹੜੇ ਆ ਢੋਆ ਢੁਆਈ ਦਾ ਸਮਾਨ ਦੂਜਾ ਆਉਂਦਾ ਜਿਹੜਾ ਕਾਰੋਬਾਰੀਆਂ ਦਾ,
ਉਹ ਵੀ ਬੰਦੇ ਅੱਜ ਸਾਰੇ ਵਿਹਲੇ ਨੇ, ਸਾਰੇ ਦੇ ਸਾਰੇ ਵਿਹਲੇ ਨੇ। ਔਰ ਦੂਜਾ ਕੇਵਲ ਇਹ ਨਹੀਂ, ਇਹ ਤੇ ਤੁਹਾਨੂੰ ਮੈਂ 1000-2000 ਬੰਦੇ ਦੀ ਕਹਾਣੀ ਦੱਸੀ, 1000-2000 ਪਰਿਵਾਰਾਂ ਦੀ ਦੱਸੀ। ਇਸ ਤੋਂ ਅੱਗੇ ਮੈਂ ਦੱਸਣ ਲੱਗਾ ਕਿ ਟੋਟਲ ਸਮਾਨ ਸਾਰੇ ਦੀਆਂ ਕੀਮਤਾਂ ਵੱਧ ਗਈਆਂ। ਕੱਪੜਾ ਬਹੁਤ ਸਾਰਾ ਟ੍ਰੇਨ ਦੇ ਵਿੱਚ ਆਉਂਦਾ, ਜਿਹੜੇ ਲੋਕ ਰੋਜ਼ ਹੀ ਆਪਣਾ ਕੱਪੜਾ ਲਿਆ ਕੇ ਵੇਚਦੇ ਆ, ਰੋਜ਼ ਆਪਣਾ ਸਮਾਨ ਲਿਆ ਕੇ ਵੇਚਦੇ ਆ। ਮੋਬਾਈਲਾਂ ਦਾ ਸਮਾਨ, ਲੈਪਟਾਪ ਸਾਰਾ ਟ੍ਰੇਨ ਦੇ ਵਿੱਚ ਆਉਂਦਾ। ਸਪੇਅਰ ਪਾਰਟ ਹਰ ਚੀਜ਼ ਦਾ ਟ੍ਰੇਨ ਦੇ ਵਿੱਚ ਆਉਂਦਾ। ਇੱਥੋਂ ਤੱਕ ਜਿਹੜੇ ਫੁੱਲ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਦੇ ਬਾਹਰ ਜਾਂ ਜਿੱਥੇ ਵੀ ਕਿਤੇ ਖੁਸ਼ੀ ਗਮੀ ਤੇ ਚਾਹੀਦੇ ਆ, ਬਹੁਤ ਸਾਰੇ ਫੁੱਲ ਇਹੋ ਜਿਹਾ ਮੈਂ ਸਮਾਨ ਤੁਹਾਨੂੰ ਗਿਣਾਉਣ ਲੱਗਾ। ਨਿੰਬੂ, ਮਿਰਚਾਂ, ਡਰਾਈ ਫਰੂਟ, ਇੱਥੋਂ ਤੱਕ ਕਿ ਜਿਹੜੀ ਮੱਛੀ ਉਹ ਵੀ ਇਹਦੇ ਵਿੱਚ ਆਉਂਦੀ ਆ। ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 10 ਰੁਪਈਆਂ ਦੀ ਚੀਜ਼ ਅੱਜ 14-15 ਰੁਪਈਆਂ ਦੇ ਵਿੱਚ ਮਿਲਣ ਲੱਗ ਪਈ। ਲੱਖ ਰੁਪਈਏ ਦਾ ਜਿਹੜਾ ਸਮਾਨ ਆ ਉਹ 1,15,000 ਦੇ ਵਿੱਚ ਮਿਲਦਾ ਵਾ। ਇਹਦਾ ਬੋਝ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਭਾਰਤ ਸਰਕਾਰ ਦੇ ਉੱਤੇ ਆ, ਇਹਦਾ ਬੋਝ ਪੰਜਾਬ ਸਰਕਾਰ ਦੇ ਉੱਤੇ ਆ ਕਿ ਆਮ ਲੋਕਾਂ ਦੇ ਉੱਤੇ ਆ। ਇਹਦੇ ਨਾਲ ਬੱਚੇ ਵਿਚਾਰੇ ਜੌਬ ਕਰਨ, ਕੋਈ ਇੱਥੋਂ ਫਗਵਾੜੇ ਜਾਂਦਾ, ਕੋਈ ਜਲੰਧਰ ਜਾਂਦਾ, ਕੋਈ ਲੁਧਿਆਣੇ ਜਾਂਦਾ, ਦੂਰ ਤੱਕ ਬੱਚੇ ਆਪਣੀਆਂ ਨੌਕਰੀਆਂ ਕਰਨ ਜਾਂਦੇ ਨੇ। ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਪਾਸ ਬਣੇ ਸੀ, ਜਾਣਾ ਆਉਣਾ ਉਹਨਾਂ ਦਾ ਔਖਾ ਹੋ ਗਿਆ। ਔਰ ਮਹਿੰਗਾ ਕਿਵੇਂ ਪੈ ਰਿਹਾ, ਮੈਂ ਅੱਗੇ ਵੀ ਆਉਣ ਲੱਗਾ। ਡੇਲੀ ਪੈਸੇਂਜਰ ਇੱਥੋਂ ਸਫ਼ਰ ਕਰਦੇ ਸੀ, ਬੱਚੇ ਪੜ੍ਹਨ ਵਾਲੇ ਜਿਹੜੇ ਟ੍ਰੇਨ 'ਚ ਜਾ ਨਹੀਂ ਸਕਦੇ। ਔਰ ਇਹ ਛੁੱਟੀਆਂ ਦੇ ਦਿਨ ਹੈ, ਆ ਕ੍ਰਿਸਮਸ ਦੇ ਲਾਗੇ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਜਾਂਦੀਆਂ ਪੂਰੇ ਭਾਰਤ ਦੇ ਵਿੱਚ। ਇਹਨਾਂ ਛੁੱਟੀਆਂ ਦੇ ਵਿੱਚ ਟੂਰਿਸਟ ਆਉਣਾ ਹੁੰਦਾ ਬਹੁਤ ਜ਼ਿਆਦਾ। ਟੂਰਿਸਟ ਕਿਤੇ ਨਾ ਕਿਤੇ ਟ੍ਰੇਨ ਕਰਕੇ ਆ ਹੀ ਨਹੀਂ ਰਿਹਾ। ਦੂਰੋਂ ਟੂਰਿਸਟ ਕਾਰ ਦੇ ਵਿੱਚ ਆ ਨਹੀਂ ਸਕਦਾ, ਕਈ ਲੋਕ ਜਹਾਜ਼ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ। ਟੂਰਿਸਟ ਤੇ ਪੰਜਾਬ 'ਚ ਪਹਿਲਾਂ ਹੀ ਆਉਣੋਂ ਡਰ ਰਿਹਾ, ਜੋ ਪੰਜਾਬ ਦੇ ਹਾਲਾਤ ਬਣ ਗਏ ਆ। ਕਿਤੇ ਬੰਬ ਧਮਾਕਾ ਹੋ ਰਿਹਾ, ਕਿਤੇ ਬੇਅਦਬੀ ਹੋ ਰਹੀ ਆ। ਔਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਤੁਸੀਂ ਵੀ ਕਿਤੇ ਜਾਣਾ ਹੋਵੇ ਬਾਹਰਲੇ ਸੂਬੇ ਤੇ 20 ਰਿਸ਼ਤੇਦਾਰਾਂ ਨੂੰ ਪੁੱਛਦੇ ਹੋ ਕਿ ਮਾਹੌਲ ਕੀ ਆ ਤੁਹਾਡਾ, ਤੇ ਫਿਰ ਉੱਥੇ ਬੰਦਾ ਜਾਂਦਾ। ਟੂਰਿਸਟ ਪਹਿਲਾਂ ਹੀ ਨਹੀਂ ਇੱਥੇ ਆ ਰਿਹਾ। ਬਾਕੀ ਟ੍ਰੇਨਸ ਦੇ ਕਰਕੇ, ਟ੍ਰੇਨ ਦਾ ਬੰਦ ਹੋਣ ਕਰਕੇ ਕੋਈ ਵੀ ਟੂਰਿਸਟ ਇੱਥੇ ਪਹੁੰਚ ਨਹੀਂ ਰਿਹਾ। ਟੂਰਿਸਟ ਦੇ ਸਿਰ ਦੇ ਉੱਤੇ ਅੰਮ੍ਰਿਤਸਰ ਦਾ ਵਪਾਰ ਚੱਲਦਾ। ਕਿੰਨਾ ਘਾਟਾ ਜਿਹੜਾ ਰੋਜ਼ ਦੇ ਰੋਜ਼ ਪੈ ਰਿਹਾ, ਇਹ ਕਰੋੜਾਂ 'ਚ ਹੈ, ਇਹ ਕੋਈ ਲੱਖਾਂ ਹਜ਼ਾਰਾਂ ਦੇ ਵਿੱਚ ਘਾਟਾ ਨਹੀਂ ਹੈ। ਹੋਟਲ ਸਾਰੇ ਖਾਲੀ ਨੇ, ਜਿੰਨਾ ਟ੍ਰੇਨ 'ਚ ਲੋਕਾਂ ਨੇ ਆ ਕੇ ਉਹਨਾਂ ਹੋਟਲਾਂ ਨੂੰ ਭਰਨਾ ਹੁੰਦਾ। ਮੈਂ ਅੱਜ ਪੁੱਛਿਆ, ਕਿਤੇ ਮੈਂ ਬੈਠਾ ਸੀਗਾ ਕਿਸੇ ਅਫਸਰ ਸਾਹਿਬਾਨ ਦੇ ਕੋਲ, 25 ਤੋਂ 30 ਹਜ਼ਾਰ ਜਿਹੜਾ ਯਾਤਰੂ ਉਹ ਆਉਂਦਾ ਤੇ 25 ਤੋਂ 30 ਹਜ਼ਾਰ ਜਿਹੜਾ ਯਾਤਰੂ ਇੱਥੋਂ ਜਾਂਦਾ। ਔਰ ਉਹ ਸਾਰਾ ਜਿਹੜਾ ਯਾਤਰੂ ਆਉਂਦਾ, ਉਹਨੇ ਇੱਥੇ ਆ ਕੇ ਸ਼ਾਪਿੰਗ ਵੀ ਕਰਨੀ ਹੁੰਦੀ ਆ, ਉਹਨੇ ਇੱਥੇ ਆ ਕੇ ਠਹਿਰਨਾ ਵੀ ਹੁੰਦਾ ਵਾ, ਉਹਨੇ ਰਿਕਸ਼ੇ ਵਾਲੇ ਨੂੰ, ਟੈਕਸੀ ਵਾਲੇ ਨੂੰ, ਸਾਰਿਆਂ ਨੂੰ ਕੰਮ ਦੇਣਾ ਹੁੰਦਾ ਵਾ। ਔਰ ਉਹ ਬੰਦ ਹੈ। ਹੁਣ ਮੈਂ ਗੱਲ ਕਰਨ ਲੱਗਾ ਕਿ ਜਿਹੜੇ ਬੱਚੇ ਇੱਥੋਂ ਨੌਕਰੀਆਂ ਕਰਨ ਜਾਂਦੇ ਆ, ਜਿਹੜੇ ਪੜ੍ਹਨ ਜਾਂਦੇ ਆ, ਜਿਹੜੇ ਕਾਰੋਬਾਰ ਕਰਨ ਜਾਂਦੇ ਆ, ਬੱਸ ਦੀ ਟਿਕਟ ਜੇ 500 ਰੁਪਏ ਦੀ ਸੀ, ਅੱਜ ਤੁਸੀਂ ਪਤਾ ਕਰੋ ਬਾਹਰ ਜਾ ਕੇ 900-1000 ਰੁਪਏ ਦੀ ਟਿਕਟ ਮਿਲ ਰਹੀ ਹੈ। ਹਰ ਬੰਦਾ ਇਹਦੇ ਨਾਲ ਫੈਕਟ ਹੈ ਕਿ ਸ਼ਹੀਦੀ ਜਿਹੜਾ ਹਫਤਾ ਚੱਲ ਰਿਹਾ ਸੀਗਾ, ਜਿਹੜਾ ਜੋੜ ਮੇਲਾ ਸੀਗਾ, ਸਰਹੰਦ ਤੱਕ ਲੋਕੀ ਇੱਥੋਂ ਟ੍ਰੇਨ 'ਚ ਜਾਂਦੇ ਸੀਗੇ, ਅੱਗੇ ਫਤਿਹਗੜ੍ਹ ਸਾਹਿਬ ਜਾਣਾ ਹੁੰਦਾ ਸੀਗਾ, ਕੋਈ ਟ੍ਰੇਨ ਨਹੀਂ ਚੱਲ ਰਹੀ। ਔਰ ਬੱਸਾਂ ਵਾਲੇ ਬਾਹਰ ਆਪਣੀ ਮਰਜ਼ੀ ਦੇ ਨਾਲ ਪੈਸੇ ਲੈ ਰਹੇ ਆ। ਕਈ ਲੋਕ ਤੇ ਉੱਥੇ ਵੀ ਨਹੀਂ ਜਾ ਪਾਏ। ਇਹੋ ਜਿਹੇ ਹਾਲਾਤ ਜਿਹੜੇ ਬਣੇ ਨੇ, ਕਿਉਂਕਿ ਟ੍ਰੇਨ ਦੇ ਵਿੱਚ ਜਿਹੜਾ ਸਫ਼ਰ ਆ ਉਹ ਥੋੜੇ ਪੈਸਿਆਂ ਦੇ ਵਿੱਚ ਹੋ ਜਾਂਦਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰੋ। ਇਹ ਬਾਰਡਰ ਏਰੀਆ, ਪਹਿਲਾਂ ਹੀ ਇੱਥੇ ਕੋਈ ਇਨਵੈਸਟਰ ਆਉਣ ਨੂੰ ਤਿਆਰ ਨਹੀਂ, ਵੀ ਇੱਥੇ ਹਾਲਾਤ ਹੀ ਖਰਾਬ ਰਹਿੰਦੇ ਨੇ। ਮੈਂ ਇੱਥੇ ਕਰੋੜਾਂ ਅਰਬਾਂ ਰੁਪਈਆ ਲਾ ਕੇ ਕੀ ਕਰਨਾ। ਔਰ ਉੱਤੋਂ ਇਹੋ ਜਿਹੇ ਹਾਲਾਤ ਜਿਹੜੇ ਬਣੇ ਪਏ ਨੇ, ਬਾਹਰ ਜਿਹੜੇ ਟਰਾਂਸਪੋਰਟਰ ਆ ਉਹਨਾਂ ਨੂੰ ਫਾਇਦਾ ਹੋ ਰਿਹਾ। ਫਿਰ ਆਪਾਂ ਕਿੰਨਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਗੱਲਾਂ ਕਰਦੇ ਆ, ਜਾਂ ਕਿਉਂ ਹੋ ਰਿਹਾ ਸਾਰਾ ਕੁਝ। ਲੋਕ ਪਰੇਸ਼ਾਨ ਬਹੁਤ ਨੇ ਸ਼ਹਿਰ ਵਾਲੇ, ਪਰ ਡਰਦੇ ਬੋਲਦੇ ਨਹੀਂ। ਤੁਹਾਡੀਆਂ ਭਾਵਨਾਵਾਂ ਦੀ ਉਹ ਇੱਜ਼ਤ ਕਰਦੇ ਆ, ਪਰ ਇਹਦੇ ਨਾਲ ਤੁਹਾਡਾ ਵੀ ਸੋਚਣਾ ਫਰਜ਼ ਬਣਦਾ। ਮੈਂ ਤੇ ਬਾਕੀ ਲੋਕ ਦੱਸੇ ਸੀ, ਤੁਹਾਡਾ ਵੀ ਯੂਰੀਆ, ਖਾਦ ਸਾਰੀ ਟ੍ਰੇਨਾਂ ਦੇ ਵਿੱਚ ਆਉਣੀ ਹੁੰਦੀ ਆ। ਉਹ ਟਰੱਕਾਂ ਵਾਲੇ ਆਪਣੀ ਮਰਜ਼ੀ ਦਾ ਮੁੱਲ ਮੰਗਦੇ ਹੋਣਗੇ, ਕਿਤੇ ਨਾ ਕਿਤੇ ਉਹ ਲੇਟ ਵੀ ਹੁੰਦੀ ਹੋਊਗੀ। ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਸਾਡਾ ਵੀ ਕੀ ਜ਼ੋਰ ਆ ਸਾਡੇ ਗਰੀਬਾਂ ਦਾ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਦੇ ਉੱਤੇ ਕੋਈ ਗੌਰ ਫਰਮਾਓ। ਬਾਬਾ ਨਾਨਕ ਦੀ ਉਸ ਗੱਲ ਦੇ ਉੱਤੇ ਪਹਿਰਾ ਦਿਓ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰਿਆਂ ਦਾ ਸੋਚੋ, ਜਿੱਥੇ ਜਿੱਥੇ ਵੀ ਤੁਹਾਡਾ ਮੋਰਚਾ ਵਾ, ਅਸੀਂ ਲੋਕ ਤੁਹਾਡਾ ਅੱਗੋਂ ਵੀ ਸਾਥ ਦੇਣ ਨੂੰ ਤਿਆਰ ਆ। ਸਾਨੂੰ ਜੋ ਹੁਕਮ ਲਾਓਗੇ ਅਸੀਂ ਮੰਨਣ ਨੂੰ ਤਿਆਰ ਆ, ਪਰ ਇਹ ਤਾਂ ਨਹੀਂ ਨਾ ਕਿ ਇਹਨਾਂ ਲੋਕਾਂ ਨੂੰ ਭੁੱਖੇ ਮਾਰ ਦਿੱਤਾ ਜਾਵੇ। ਸੋ ਮੇਰੀ ਅਖੀਰ 'ਚ ਤੁਹਾਨੂੰ ਅਪੀਲ ਹੈ ਕਿ ਇਹਨਾਂ ਗੱਲਾਂ ਦੇ ਉੱਤੇ ਗੌਰ ਫਰਮਾਇਆ ਜਾਵੇ। ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਲੋਕਾਂ ਨੂੰ ਜਿਹੜੀ ਰਾਹਤ ਦਿੱਤੀ ਜਾਵੇ, ਟ੍ਰੇਨਾਂ ਚਾਲੂ ਕੀਤੀਆਂ ਜਾਣ। ਕਿਉਂਕਿ ਮੈਂ ਫਿਰ ਆਪਣੀ ਗੱਲ ਤੇ ਆਉਣ ਲੱਗਾ, ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਨੂੰ ਇਹਦੇ ਨਾਲ ਫਰਕ ਨਹੀਂ। ਜਾਂ ਤੇ ਉਹਨਾਂ ਨੂੰ ਘੇਰੋ, ਉਹਨਾਂ ਦੇ ਰਾਹ ਬੰਦ ਕਰੋ,
ਉਹ ਆਪਣੀਆਂ ਰੈਲੀਆਂ ਵੀ ਕਰਦੇ ਨੇ, ਉਹ ਆਪਣੇ ਸਮਾਗਮ ਵੀ ਕਰਦੇ ਨੇ, ਤੇ ਪੀੜਤ ਕੌਣ ਹੈ? ਆਮ ਆਦਮੀ ਹੈ। ਸੋ ਮੇਰੀ ਬੇਨਤੀ ਆ ਵੀ ਇਹਦੇ ਉੱਤੇ ਗੌਰ ਫਰਮਾਓ ਆਪਣੀ ਮੀਟਿੰਗ ਦੇ ਵਿੱਚ, ਔਰ ਤੁਸੀਂ ਪੰਜਾਬ 'ਚ ਇਲੈਕਸ਼ਨ ਲੜੋ, ਪਰ ਸਾਰਿਆਂ ਦਾ ਖਿਆਲ ਰੱਖੋ। ਕਿਸਾਨੀ ਦੇ ਨਾਲ ਨਾਲ ਵਪਾਰ ਵੀ ਜੁੜਿਆ, ਇਹਦੇ ਨਾਲ ਨਾਲ ਸੂਬੇ ਦਾ ਧਰਮ ਵੀ ਜੁੜਿਆ, ਹਰ ਤਰ੍ਹਾਂ ਦੇ ਇੱਥੇ ਲੋਕ ਨੇ। ਸਾਰਿਆਂ ਦਾ ਖਿਆਲ ਰੱਖ ਕੇ ਆਪਣੀ ਪਾਰਟੀ ਬਣਾ ਕੇ ਪੰਜਾਬ 'ਚ ਆਓ, ਲੋਕ ਤੁਹਾਡਾ ਸਹਿਯੋਗ ਕਰਨਗੇ।